ਧੰਨ ਵਾਹਿਗੁਰੂ ਜੀਓ। ਬਨਹਿ ਬਸੇ ਕਿਉ ਪਾਈਐ, ਜੋ ਲੋ ਮਨੋ ਨ ਤਜੈ ਬੇਕਾਰ। ਜਿਹੇ ਘਰ ਬਨ ਸੰਸਰ ਕੀਆ, ਤੇ ਪੂਰੇ ਸੰਸਾਰ। ਸਾਰ ਸੁਖ ਪਾਈਐ ਰਾਮਾ, ਰੰਗ ਰਵਹੁ ਆਤਮੈ ਰਾਮ ਰਹਾਉ। ਜਟਾ ਭਸਮ ਲੇਪਨ ਕੀਆ, ਕਹਾਂ ਗੁਫਾ ਮਹਿ ਬਾਸ। ਮਨ ਜੀਤੇ ਜਗ ਜੀਤਿਆ, ਜਾਂ ਤੇ ਵਿਖਿਆ ਤੇ ਹੋਏ ਉਦਾਸ। ਅੰਜਨ ਦੇ ਸਬੈ ਕੋਈ, ਟੁਕ ਚਾਹਨ ਮਾਹਿ ਬਿਡਾਨ। ਗਿਆਨ ਅੰਜਨ ਜਿਹ ਪਾਇਆ, ਤੇ ਲੋਇਨ ਪਰਵਾਨ। ਕਹਿ ਕਬੀਰ ਅਬ ਜਾਣਿਆ, ਗੁਰ ਗਿਆਨ ਦੀਆ ਸਮਝਾਏ। ਅੰਤਰਗਤ ਹਰ ਭੇਟਿਆ, ਅਬ ਮੇਰਾ ਮਨ ਕਤਹੂ ਨਾ ਜਾਏ। ਕਹਿ ਕਬੀਰ ਅਬ ਜਾਣਿਆ, ਗੁਰ ਗਿਆਨ ਦੀਆ ਸਮਝਾਏ। ਅੰਤਰਗਤ ਹਰ ਭੇਟਿਆ, ਅਬ ਮੇਰਾ ਮਨ ਕਤਹੂ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਰੂਪ ਵਿੱਚ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਹੀ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਨੇ। ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਮਾਰੂ ਦੇ ਵਿੱਚੋਂ, ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1103 ਉੱਪਰ ਸੁਭਾਇਮਾਨ ਹੈ, ਪਾਠ ਦੇ ਰੂਪ ਵਿੱਚ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ। ਇਸ ਰਾਗ ਦੇ ਵਿੱਚ ਭਗਤ ਜੀ ਮਹਾਰਾਜ ਦਾ ਇਹ ਦੂਸਰਾ ਸ਼ਬਦ ਹੈ। ਮਨੁੱਖ ਦੀ ਜ਼ਿੰਦਗੀ ਦੀ ਜਿਹੜੀ ਦੌੜ ਹੈ, ਉਹ ਸੁੱਖ ਦੀ ਪ੍ਰਾਪਤੀ ਹੈ। ਇਸ ਨੂੰ ਸੰਸਾਰਕ ਤੌਰ ਦੇ ਉੱਤੇ ਅਸੀਂ ਪਦਾਰਥਾਂ ਵਿੱਚੋਂ ਪੂਰੀਆਂ ਕਰਨ ਦਾ ਯਤਨ ਕਰਦੇ ਹਾਂ, ਪਰ ਫਿਰ ਵੀ ਅਸੀਂ ਉਸ ਸੁੱਖ ਦੀ ਤਾਂਘ ਵਿੱਚ ਸਦਾ ਭਟਕਦੇ ਰਹਿੰਦੇ ਹਾਂ। ਮਨ ਨੂੰ ਸਕੂਨ ਨਹੀਂ, ਸਬਰ ਨਹੀਂ। ਇਵੇਂ ਪ੍ਰਤੀਤ ਹੁੰਦਾ ਹੈ ਜਿਵੇਂ ਮਨੁੱਖ ਨੂੰ ਉਸ ਸੁੱਖ ਰੂਪੀ ਮੰਜ਼ਲ ਦੀ ਪ੍ਰਾਪਤੀ ਕਦੇ ਵੀ ਨਹੀਂ ਹੁੰਦੀ।
ਸੁਖ ਮੰਗਤ ਦੁਖ ਆਗੈ ਆਵੈ, ਸੋ ਸੁਖ ਹਮੋ ਨ ਮੰਗਿਆ ਭਾਵੈ। ਪਰਮਾਰਥ ਦੇ ਰਸਤੇ ਦੇ ਉੱਤੇ ਚੱਲਣ ਦਾ ਮਨੁੱਖ ਜਦੋਂ ਯਤਨ ਕਰਦਾ ਹੈ ਤੇ ਕੁਝ ਰੀਤਾਂ ਰਸਮਾਂ ਤੇ ਕਰਮ ਕਾਂਡ ਅਪਣਾਉਂਦਾ ਹੈ, ਉਹਨਾਂ ਕਰਮ ਕਾਂਡਾਂ ਨੂੰ ਤਨਦੇਹੀ ਨਾਲ ਨਿਭਾਉਂਦਾ ਹੈ, ਦੁੱਖ ਵੀ ਸਹਿੰਦਾ ਹੈ, ਤਕਲੀਫ ਵੀ ਭੋਗਦਾ ਹੈ, ਉਸ ਪਿੱਛੇ ਵੀ ਭਾਵਨਾ ਇਹੀ ਹੈ ਕਿ ਮੈਨੂੰ ਐਸਾ ਅਸੀਮ ਸੁੱਖ ਪ੍ਰਾਪਤ ਹੋਵੇ, ਮੇਰੀ ਪਹੁੰਚ ਸਿਰਜਣਹਾਰ ਜਗਤ ਨਾਇਕ ਪਰਮੇਸ਼ਰ ਤੱਕ ਬਣੇ। ਕਿਉਂਕਿ ਧਰਮ ਦੀ ਦੁਨੀਆ ਵਿੱਚ ਵੀ ਮਨੁੱਖ ਨੂੰ ਇਹੀ ਕਿਹਾ ਜਾਂਦਾ ਹੈ, ਇੱਥੇ ਵੀ ਇਹੀ ਮਕਸਦ ਹੈ, ਇੱਕ ਐਸੇ ਅਸੀਮ ਸੁੱਖ ਦੀ ਪ੍ਰਾਪਤੀ ਕਰਨੀ ਜੋ ਦੁੱਖਾਂ ਵਿੱਚ ਵੱਟਦਾ ਨਹੀਂ, ਦੁੱਖਾਂ ਵਿੱਚ ਪ੍ਰਵਿਰਤ ਨਹੀਂ ਹੁੰਦਾ, ਜਿਸ ਤੋਂ ਬਾਅਦ ਕੋਈ ਤਕਲੀਫ ਨਹੀਂ ਹੈ। ਐਸੇ ਸੁੱਖ ਦੀ ਤਮੰਨਾ ਦੇ ਨਾਲ, ਜਿਹਨੂੰ ਆਤਮਕ ਆਨੰਦ ਕਿਹਾ, ਸਹਿਜ ਆਨੰਦ ਕਿਹਾ, ਆਤਮਾ ਦਾ ਸੁੱਖ ਕਿਹਾ, ਉਸ ਦੀ ਪ੍ਰਾਪਤੀ ਮਨੁੱਖ ਕਰਨਾ ਚਾਹੁੰਦਾ ਹੈ। ਉਹ ਕਾਹਦੇ ਵਿੱਚ ਹੈ? ਪਰਮੇਸ਼ਰ ਦੇ ਮਿਲਾਪ ਵਿੱਚ। ਹੁਣ ਪਰਮੇਸ਼ਰ ਦਾ ਮਿਲਾਪ ਕਿਵੇਂ ਹੋਵੇ, ਇਸ ਲਈ ਹਰ ਇੱਕ ਦੇ ਆਪਣੇ ਆਪਣੇ ਤੌਰ ਤਰੀਕੇ ਨੇ। ਕਰਮ ਕਾਂਡ ਦੇ ਮਾਰਗ ਦੇ ਉੱਤੇ ਚੱਲ ਕੇ ਹਠ ਯੋਗ ਕਰਦਿਆਂ, ਕਠਨ ਸਰੀਰ ਨੂੰ ਤਕਲੀਫ ਦੁੱਖ ਦਿੰਦਿਆਂ, ਸਾਰਾ ਦਰੋਮਦਾਰ ਮਨ ਨੂੰ ਸਾਧਨ ਉੱਤੇ ਆ ਕੇ ਖਲੋ ਜਾਂਦਾ ਹੈ ਵੀ ਮਨ ਨੂੰ ਸਾਧੇ ਬਿਨਾਂ, ਮਨ ਦੀ ਪਵਿੱਤਰਤਾ ਬਿਨਾਂ ਪਰਮੇਸ਼ਰ ਨਹੀਂ ਮਿਲੇਗਾ। ਮਨ ਨੂੰ ਪਵਿੱਤਰ ਕਰਨ ਦੇ ਲਈ, ਮਨ ਨੂੰ ਸਾਧਣ ਦੇ ਲਈ, ਉਸ ਮਾਲਕ ਦੇ ਦਰ ਤੇ ਪ੍ਰਵਾਨ ਤੇ ਕਬੂਲ ਹੋਣ ਦੇ ਲਈ ਮਨੁੱਖ ਫਿਰ ਬਾਹਰੀ ਆਹਰ ਕਰਦਾ ਹੈ, ਸਾਧਨ ਕਰਦਾ ਹੈ, ਤਰੀਕੇ ਵਰਤਦਾ ਹੈ। ਇਸ ਮੁਬਾਰਕ ਸ਼ਬਦ ਦੇ ਅੰਦਰ ਕੁਝ ਇਹੋ ਜਿਹਾ ਭਾਵ ਵੀ ਭਗਤ ਕਬੀਰ ਸਾਹਿਬ ਜੀ ਨੇ ਬਿਆਨ ਕੀਤਾ ਹੈ। ਭੁੱਖੇ ਰਹਿਣਾ, ਤਪ ਸਾਧਣੇ, ਗਰਮੀ ਸਰਦੀ ਮੌਸਮ ਦਾ ਪ੍ਰਭਾਵ ਆਪਣੇ ਸਰੀਰ ਉੱਤੇ ਜਾਣ ਬੁੱਝ ਕੇ ਸਹਿਣ ਕਰਨਾ, ਪੁੱਠੇ ਲਟਕ ਜਾਣਾ, ਜੰਗਲਾਂ ਵਿੱਚ ਜਾ ਕੇ ਵਸ ਜਾਣਾ, ਘਰ ਪਰਿਵਾਰ ਸਮਾਜ ਤੋਂ ਦੂਰ ਹੋ ਕੇ ਪਹਾੜਾਂ ਦੀਆਂ ਕੰਧਰਾਂ ਤੇ ਗੁਫਾਵਾਂ ਵਿੱਚ ਆਪਣੀ ਜ਼ਿੰਦਗੀ ਕੱਟਣੀ, ਆਪਣੇ ਸੋਹਣੇ ਕੇਸਾਂ ਦੀਆਂ ਜਟਾਵਾਂ ਵਧਾ ਲੈਣੀਆਂ, ਤਨ ਤੇ ਸੁਆਹ ਮਲ ਲੈਣੀ, ਕੰਨਾਂ 'ਚ ਮੁੰਦਰਾਂ ਪਾ ਲੈਣੀਆਂ। ਇੱਕ ਨਹੀਂ, ਅਨੇਕ ਤਰ੍ਹਾਂ ਦੇ ਸਾਧਨ, ਅਨੇਕ ਤਰ੍ਹਾਂ ਦੇ ਤਰੀਕੇ ਇਹ ਮਨੁੱਖ ਵਰਤਦਾ ਹੈ, ਤਨ ਨੂੰ, ਸਰੀਰ ਨੂੰ ਦੁੱਖਾਂ ਵਿੱਚ ਪਾ ਲੈਂਦਾ ਹੈ। ਭਗਤ ਕਬੀਰ ਸਾਹਿਬ ਮਹਾਰਾਜ ਇਸ ਮੁਬਾਰਕ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਉਸ ਅਸੀਮ ਸੁੱਖ ਅਤੇ ਪਰਮੇਸ਼ਰ ਦੇ ਮਿਲਾਪ ਦੀ ਜੁਗਤੀ ਬਿਆਨ ਕਰਦੇ ਹਨ। ਸਾਰ ਸੁੱਖ ਪਾਈਐ ਰਾਮਾ, ਸਾਰ ਦਾ ਅਰਥ ਹੁੰਦਾ ਹੈ ਸ੍ਰੇਸ਼ਟ। ਗੁਰਬਾਣੀ ਵਿੱਚ ਸਾਰ ਦਾ ਅਰਥ ਲੋਹਾ ਵੀ ਹੈ। ਨਾਨਕ ਕਥਨਾ ਕਰੜਾ ਸਾਰ, ਲੋਹੇ ਵਾਂਗ ਕਰੜਾ ਹੈ, ਭਾਵ ਔਖਾ ਹੈ, ਜਿਵੇਂ ਲੋਹਾ ਦੰਦਾਂ ਨਾਲ ਚਿੱਥਿਆ ਨਹੀਂ ਜਾ ਸਕਦਾ। ਮੈਨ ਕੇ ਦੰਤ ਕਿਉਂ ਖਾਈਐ ਸਾਰ, ਇਸ ਪੰਕਤੀ ਵਿੱਚ ਵੀ ਸਾਰ ਦਾ ਅਰਥ ਲੋਹਾ ਹੈ, ਤੇ ਸਾਰ ਦਾ ਅਰਥ ਬਾਣੀ ਵਿੱਚ ਤੱਤ ਵੀ ਹੈ, ਨਿਚੋੜ। ਤੇ ਤੀਸਰਾ ਸਾਰ ਦਾ ਅਰਥ ਗੁਰਬਾਣੀ ਦੇ ਵਿੱਚ ਹੈ ਸ੍ਰੇਸ਼ਟ। ਗੁਰਬਾਣੀ, ਕਿਉਂਕਿ ਕਈ ਵਾਰ ਇੱਕ ਸ਼ਬਦ ਆਉਂਦਾ, ਉਹਦੇ ਅਨੇਕ ਭਾਂਤ ਅਰਥ ਹੁੰਦੇ ਨੇ, ਔਰ ਕਈ ਵਾਰ ਅਨੇਕ ਅਰਥ ਰੱਖਣ ਵਾਲਾ ਇੱਕ ਹੀ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਂਦਾ ਹੈ। ਇਹਨੂੰ ਆਪਾਂ ਪ੍ਰਕਰਨ, ਕੰਟੈਕਸਟ ਮੁਤਾਬਕ ਸਮਝਣ ਦਾ ਯਤਨ ਕਰਦੇ ਹਾਂ। ਸੋ ਇੱਥੇ ਸਾਰ ਦਾ ਅਰਥ ਹੈ ਸ੍ਰੇਸ਼ਟ, ਉੱਤਮ। ਕੀ ਸੁੱਖ ਦੀ ਵੀ ਕੋਈ ਕੁਆਲਿਟੀ ਹੈ, ਦਰਜਾ ਹੈ? ਮੰਨ ਲਓ ਆਪਾਂ ਕੱਪੜਾ ਖਰੀਦਣ ਬਾਜ਼ਾਰ ਜਾਂਦੇ ਹਾਂ, ਦੁਕਾਨਦਾਰ ਕਹਿੰਦਾ ਇਹਦੀ ਕੀਮਤ ਘੱਟ ਹੈ, ਇਹਦੀ ਥੋੜ੍ਹੀ ਜ਼ਿਆਦਾ ਹੈ, ਇਸ ਦੀ ਥੋੜ੍ਹੀ ਜ਼ਿਆਦਾ ਹੈ, ਆਹ ਸਭ ਤੋਂ ਮਹਿੰਗਾ। ਕਿੰਨੇ ਲੈਵਲ ਹੁੰਦੇ ਨੇ, ਤੇ ਅਸੀਂ ਉਹਨੂੰ ਪੁੱਛਦੇ ਹਾਂ ਵੀ ਆਹ ਸਭ ਤੋਂ ਮਹਿੰਗਾ ਹੈ, ਆਹ ਸਭ ਤੋਂ ਸਸਤਾ ਹੈ। ਇਹਦੇ ਵਿਚਕਾਰ ਸਭ ਤੋਂ ਮਹਿੰਗੇ ਤੇ ਸਭ ਤੋਂ ਸਸਤੇ ਦੇ ਵਿਚਕਾਰ ਹੋਰ ਵੀ ਕਈ ਕੀਮਤਾਂ ਵਾਲੇ, ਕਈ ਰੇਟਾਂ ਵਾਲੇ ਕੱਪੜੇ ਤੇਰੇ ਕੋਲ ਨੇ, ਇਹਨਾਂ ਦਾ ਫਰਕ ਕੀ ਹੈ? ਕੀ ਇਹ ਤੂੰ ਰੰਗ ਕਰਕੇ ਇਹਨਾਂ ਦਾ ਰੇਟ ਵੱਖਰਾ ਵੱਖਰਾ ਰੱਖਿਆ? ਉਹ ਕਹੇਗਾ ਨਹੀਂ,
ਇੱਕ ਹੀ ਰੇਟ ਵਿੱਚ ਤੁਹਾਨੂੰ ਵੱਖਰੇ ਵੱਖਰੇ ਰੰਗ ਮਿਲ ਜਾਣਗੇ, ਵੱਖਰੇ ਵੱਖਰੇ ਰੇਟਾਂ ਵਿੱਚ ਇੱਕੋ ਰੰਗ ਮਿਲ ਜਾਏਗਾ। ਫਿਰ ਅਸੀਂ ਉਹਨੂੰ ਪੁੱਛਦੇ ਹਾਂ ਵੀ ਜੇ ਰੰਗ ਕਰਕੇ ਤੂੰ ਇਹਨਾਂ ਦਾ ਰੇਟ ਤੈਅ ਨਹੀਂ ਕੀਤਾ, ਫਿਰ ਇਹਨਾਂ ਦਾ ਮੁੱਲ ਵੱਖਰਾ ਵੱਖਰਾ ਕਿਉਂ? ਕਹੇਗਾ ਇਹਨਾਂ ਦੀ ਕੁਆਲਿਟੀ ਕਰਕੇ। ਕਿਸੇ ਕੱਪੜੇ ਦੀ ਕੁਆਲਿਟੀ ਘੱਟ ਹੈ, ਕਿਸੇ ਦੀ ਉਸ ਤੋਂ ਥੋੜ੍ਹੀ ਜ਼ਿਆਦਾ ਹੈ, ਕਿਸੇ ਦੀ ਉਸ ਤੋਂ ਹੋਰ ਜ਼ਿਆਦਾ ਹੈ। ਜਿਹੜਾ ਸਭ ਤੋਂ ਵਧੀਆ ਕੁਆਲਿਟੀ ਦਾ ਕੱਪੜਾ ਹੈ ਉਹ ਸਭ ਤੋਂ ਮਹਿੰਗਾ ਹੈ, ਜਿਹੜਾ ਸਭ ਤੋਂ ਮਾੜੀ ਕੁਆਲਿਟੀ ਦਾ ਕੱਪੜਾ ਹੈ ਉਹ ਸਭ ਤੋਂ ਸਸਤਾ ਹੈ। ਉਹਦੇ ਵਿਚਕਾਰ ਹੋਰ ਵੀ ਦਰਜੇ ਨੇ। ਜਦੋਂ ਬਾਣੀ ਵਿੱਚ ਮਹਾਰਾਜ ਨੇ ਸਾਰ ਸੁਖ ਲਿਖਿਆ ਵੀ ਸ੍ਰੇਸ਼ਟ ਸੁਖ, ਇਹਦਾ ਮਤਲਬ ਹੋਇਆ ਉਹ ਸੁਖ ਵੀ ਹੋਣਗੇ ਜਿਹੜੇ ਸ੍ਰੇਸ਼ਟ ਨਹੀਂ ਹਨ, ਉੱਤਮ ਨਹੀਂ ਹਨ, ਜਿਨ੍ਹਾਂ ਦੀ ਕੁਆਲਿਟੀ ਘੱਟ ਹੈ। ਹੋਰ ਵੀ ਹੋਣਗੇ, ਮਹਾਰਾਜ ਨੇ ਬਾਣੀ 'ਚ ਲਿਖਿਆ ਹਾਂ ਹੈਨ। ਉਹ ਸੁੱਖ ਵੀ ਨੇ ਜਿਹੜੇ ਛਿਨ ਭੰਗਰ ਨੇ। ਮਹਿਸੂਸ ਹੋਇਆ ਵੀ ਸੁੱਖ ਆ ਗਿਆ, ਪਰ ਪਲ ਭਰ ਦੇ ਵਿੱਚ ਹੀ ਉਹ ਸੁੱਖ, ਉਹਦਾ ਰਿਐਕਸ਼ਨ, ਉਹਨੂੰ ਹੰਢਾਉਂਦੇ ਆ ਜਿਸ ਵੇਲੇ, ਜਦੋਂ ਸੁੱਖ ਸਾਡੇ ਜੀਵਨ ਦੇ ਨਾਲ ਤਾਲੁਕ ਰੱਖਣ ਲੱਗ ਪੈਂਦਾ ਤਾਂ ਦੁੱਖ ਵਿੱਚ ਕਨਵਰਟ ਹੋ ਜਾਂਦਾ, ਉਹਦਾ ਸੁਭਾਅ ਬਦਲ ਜਾਂਦਾ। ਉਹਦੇ ਵਿੱਚੋਂ ਹੀ ਸਾਨੂੰ ਦੁੱਖ ਵੀ ਮਹਿਸੂਸ ਹੋਣ ਲੱਗ ਪੈਂਦਾ, ਉਹਦੇ ਵਿੱਚੋਂ ਹੀ ਤਕਲੀਫ ਪੈਦਾ ਹੋਣ ਲੱਗ ਪੈਂਦੀ ਹੈ। ਫਿਰ ਬੰਦਾ ਸੋਚਦਾ ਹੈ ਕਿੰਨੀ ਮਿਹਨਤ ਕਰਕੇ ਜਿਹੜਾ ਸੁੱਖ ਮੈਂ ਹਾਸਲ ਕੀਤਾ, ਇਹਨੇ ਇੱਕ ਨਵੀਂ ਚਿੰਤਾ ਤੇ ਸਮੱਸਿਆ ਖੜੀ ਕਰ ਦਿੱਤੀ। ਕਿੰਨੀ ਸਮੱਸਿਆ ਹੈ, ਉਹਦੇ ਵਿੱਚ ਵੀ ਦੁੱਖ ਹੈ, ਉਹਦੇ ਨਾਲ ਵੀ ਚਿੰਤਾਵਾਂ। ਵੇਖੋ, ਜਦੋਂ ਕੋਈ ਪਹਿਲਾਂ ਆਪਾਂ ਘਾਲਦੇ ਹਾਂ, ਮਿਹਨਤ ਕਰਦੇ ਹਾਂ, ਮਸ਼ੱਕਤ ਕਰਦੇ ਹਾਂ, ਬੜੇ ਉਤਰਾ ਚੜ੍ਹਾਅ ਸਹਿਣ ਕਰਕੇ, ਤਕਲੀਫਾਂ ਝੱਲ ਕੇ ਕੋਈ ਚੀਜ਼ ਹਾਸਲ ਕਰਦੇ ਹਾਂ, ਤੇ ਨਾਲ ਹੀ ਚਿੰਤਾ ਵੀ ਹੋਣ ਲੱਗ ਪੈਂਦੀ ਹੈ ਕਿਤੇ ਗਵਾਚ ਨਾ ਜਾਏ, ਟੁੱਟ ਨਾ ਜਾਏ, ਚੋਰੀ ਨਾ ਹੋ ਜਾਏ। ਫਿਰ ਜਿਉਂ-ਜਿਉਂ ਪੁਰਾਣੀ ਹੋ ਜਾਂਦੀ ਹੈ, ਪੁਰਾਣੀ ਹੁੰਦੀ ਜਾਂਦੀ ਹੈ, ਤਿਉਂ ਤੇ ਉਹਦੇ ਨਾਲ ਲਗਾਵ ਘਟਦਾ ਜਾਂਦਾ ਹੈ। ਹੁਣ ਉਹਦੇ ਨਾਲ ਉਹ ਪਹਿਲਾਂ ਜਿਹੀ ਖੁਸ਼ੀ ਨਹੀਂ ਜਿਹੋ ਜਿਹੀ ਪਹਿਲੀ ਵਾਰ ਸੀ। ਜਿਉਂ-ਜਿਉਂ ਪੁਰਾਣੀ ਹੋਏਗੀ ਉਹਦੇ ਪ੍ਰਤੀ ਚਾਅ ਘਟ ਜਾਏਗਾ, ਉਤਸ਼ਾਹ ਘਟ ਜਾਏਗਾ। ਫਿਰ ਇੱਕ ਸਮਾਂ ਆਏਗਾ ਉਹ ਚੀਜ਼ ਹੌਲੀ ਹੌਲੀ ਸਾਡਾ ਸਾਥ ਛੱਡ ਜਾਏਗੀ, ਜਾਂ ਅਸੀਂ ਉਹਦੇ ਤੋਂ ਦੂਰ ਹੋ ਜਾਵਾਂਗੇ। ਜਦੋਂ ਉਹ ਸਹੂਲਤ ਸਾਡੇ ਕੋਲ ਆਈ ਤੇ ਇਕੱਲੀ ਨਹੀਂ ਆਈ, ਚਿੰਤਾਵਾਂ ਨਾਲ ਲੈ ਕੇ ਆਈ। ਫਿਰ ਉਹਦੇ ਉੱਤੇ ਸਾਨੂੰ ਕਿੰਨਾ ਵਕਤ ਲਾਉਣਾ ਪਿਆ, ਸਾਂਭ ਰੱਖਣਾ ਪਿਆ, ਜ਼ਿੰਦਗੀ ਦਾ ਕੀਮਤੀ ਸਮਾਂ, ਐਨਰਜੀ ਉਹਦੇ ਉੱਤੇ ਲੱਗੀ। ਫਿਰ ਵੀ ਉਹ ਚੀਜ਼ ਰਹੀ ਨਹੀਂ। ਫਿਰ ਧਿਆਨ ਕਿਸੇ ਹੋਰ ਚੀਜ਼ ਵੱਲ ਹੋ ਗਿਆ ਵੀ ਆਹ ਹਾਸਲ ਕਰੋ, ਇਹਦੇ 'ਚ ਸੁੱਖ ਹੈ। ਜਾਨੀ ਇਹ ਦੌੜ ਕਦੇ ਵੀ ਜ਼ਿੰਦਗੀ ਭਰ ਮੁੱਕਦੀ ਨਹੀਂ। ਅੱਜ ਸੁੱਖ ਹੈ, ਪਲਕ ਨੂੰ ਦੁੱਖ ਹੋ ਜਾਂਦਾ ਹੈ, ਉਹੀ ਚੀਜ਼ ਤਕਲੀਫ ਦੇਣ ਲੱਗ ਪੈਂਦੀ ਹੈ, ਉਹੀ ਚੀਜ਼ ਨਾਲ ਮੋਹ ਘਟ ਜਾਂਦਾ ਹੈ, ਉਹੀ ਚੀਜ਼ ਪੁਰਾਣੀ ਹੋ ਜਾਂਦੀ ਹੈ, ਉਹਦੀ ਚਿੰਤਾ ਹੋਣ ਲੱਗਦੀ ਹੈ। ਸੁੱਖ ਕਿੱਥੇ ਹੈ? ਜਿਹੜੀ ਚੀਜ਼ ਵਿੱਚੋਂ ਅਸੀਂ ਸੁੱਖ ਚਾਹੁੰਦੇ ਸਾਂ, ਉਹਨੇ ਤੇ ਨਾਲ ਚਿੰਤਾ ਖੜੀ ਕਰ ਲਈ। ਮਨ ਅੰਦਰ ਇੱਕ ਅਜੀਬ ਕਿਸਮ ਦੀ ਉਸਨੇ ਹੋਰ ਗੜਬੜੀ ਪੈਦਾ ਕਰ ਦਿੱਤੀ। ਫਿਰ ਵੀ ਉਹ ਚੀਜ਼ ਰਹੀ ਨਹੀਂ। ਇੰਨੀ ਲੰਮਾ ਸਮਾਂ ਮਸ਼ੱਕਤ ਘਾਲੀ, ਮਿਹਨਤ ਕੀਤੀ, ਫਿਰ ਵੀ ਉਹ ਚਲੀ ਗਈ। ਫਿਰ ਜਦੋਂ ਚਲੀ ਗਈ, ਉਸ ਵਸਤੂ ਨਾਲੋਂ ਦੂਰੀ ਪੈ ਗਈ। ਹੁਣ ਮਨੁੱਖ ਨੂੰ ਲੱਗਦਾ ਹੈ ਕਿ ਘਾਟੇ ਦਾ ਸੌਦਾ ਕੀਤਾ ਹੈ। ਹੁਣ ਇਹ ਸਾਰਾ ਕੁਝ ਜਿਹੜਾ, ਇਹਨੂੰ ਮਹਾਰਾਜ ਨੇ ਕਿਹਾ ਹੁਣ ਤੂੰ ਆਪ ਹੀ ਪਰਖ ਵੀ ਜਿਹਨੂੰ ਤੂੰ ਸੁੱਖ ਸਮਝਦਾ ਸੀ ਉਹਦੀ ਕੁਆਲਿਟੀ ਕਿੰਨੀ ਕੁ ਹੈ, ਕਿੰਨਾ ਘੰਡਣਸਾਰ ਨਿਕਲਿਆ ਉਹ। ਬੜੀ ਛੇਤੀ ਉਹ ਤਾਂ ਕਸੁੰਬੇ ਦੇ ਰੰਗ ਵਾਂਗ ਲੈ ਗਿਆ, ਕੱਚਾ ਜਿਹਾ ਰੰਗ ਸੀ, ਉਤਰ ਗਿਆ। ਦੇਖਣ ਨੂੰ ਸੋਹਣਾ ਲੱਗਦਾ ਸੀ ਪਰ ਹੰਡਿਆ ਨਹੀਂ। ਵਰਤਦਿਆਂ ਉਹ ਰੰਗ ਝੱਟ ਹੀ ਫਿੱਕਾ ਪੈ ਗਿਆ। ਹੁਣ ਗੁਰੂਦੇਵ ਨੂੰ ਪੁੱਛੀਏ ਮਹਾਰਾਜ, ਕੀ ਕੋਈ ਐਸਾ ਸੁੱਖ ਵੀ ਹੈ ਜਿਹੜਾ ਹੰਡਣਸਾਰ ਹੋਵੇ, ਜਿਹਦਾ ਰੰਗ ਫਿੱਕਾ ਨਾ ਪਵੇ, ਜਿਹਨੂੰ ਵਰਤੀਏ, ਜਿਹੜਾ ਸੁੱਖ ਚਿੰਤਾਵਾਂ, ਉਦਾਸੀਆਂ, ਮਾਯੂਸੀਆਂ ਨਾ ਲੈ ਕੇ, ਜਿਹੜਾ ਪੁਰਾਣਾ ਨਾ ਹੋਵੇ। ਮਹਾਰਾਜ ਨੇ ਉਸ ਨੂੰ ਆਤਮਾਨੰਦ ਕਿਹਾ, ਅੰਦਰ ਦਾ ਸੁੱਖ, ਸੈਟਿਸਫੈਕਸ਼ਨ, ਸੰਤੁਸ਼ਟੀ, ਸੰਤੋਖ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ। ਸੁਰਤ ਦਾ ਇੰਨਾ ਉੱਚਾ ਉੱਠ ਜਾਣਾ
ਗੁਰੂ ਸ਼ਬਦ ਦੀ, ਪਰਮੇਸ਼ਰ ਦੇ ਨਾਮ ਦੀ ਕਮਾਈ ਦੇ ਨਾਲ ਜਿੱਥੇ ਦੁੱਖ ਦਾ ਤੇ ਸੁੱਖ ਦਾ, ਦੋਨਾਂ ਧਿਰਾਂ ਦੇ ਵਿਚਕਾਰ ਮਨੁੱਖ ਦੀ ਸੁਰਤ ਦਾ ਬੈਲੈਂਸ ਬਣ ਜਾਂਦਾ ਵੀ ਦੁੱਖ ਹੈ ਉਹਨੂੰ ਤਾਂ ਵੀ ਖਬਰ ਹੈ ਵੀ ਦੁੱਖ ਵੀ ਇਸ ਜ਼ਿੰਦਗੀ ਦੇ ਸਿੱਕੇ ਦਾ ਇੱਕ ਪਹਿਲੂ ਹੈ, ਇੱਕ ਪਾਸਾ ਹੈ। ਉਹ ਪਹਿਲਾਂ ਮਿੱਥ ਕੇ ਚੱਲਦਾ ਹੈ ਵੀ ਅੱਜ ਜੋ ਹੈ ਕੱਲ ਨੂੰ ਨਹੀਂ ਵੀ ਹੋਏਗਾ, ਅੱਜ ਜੋ ਨਹੀਂ ਹੈ ਕੱਲ ਨੂੰ ਮਿਲ ਵੀ ਸਕਦਾ ਹੈ। ਹਰ ਚੀਜ਼ ਦੀ ਉਹ ਪੋਸੀਬਿਲਿਟੀ ਰੱਖ ਕੇ ਚੱਲਦਾ, ਪ੍ਰਪੇਅਰ ਹੈ ਮੈਂਟਲੀ, ਅੰਦਰੋਂ ਤਿਆਰ ਹੈ ਵੀ ਆਹ ਚੀਜ਼ ਛੱਡਣੀ ਪਏ ਤੇ ਛੱਡੀ ਜਾ ਸਕਦੀ। ਕੋਈ ਅਲੋਕਾਰ ਗੱਲ ਨਹੀਂ ਵੀ ਦੁਨੀਆ 'ਚ ਮੈਂ ਹੀ ਹਾਂ ਜਿਹਨੂੰ ਦੁੱਖ ਮਿਲ ਰਿਹਾ, ਤਕਲੀਫ ਮਿਲ ਰਹੀ ਹੈ, ਦਰਦ ਮਿਲ ਰਿਹਾ। ਇਹ ਸੰਸਾਰ ਦਾ ਪਾਰਟ ਆਫ ਲਾਈਫ ਵੀ ਹੈ ਔਰ ਇਹ ਸੰਸਾਰ ਦਾ ਹਿੱਸਾ ਵੀ ਹੈ, ਜਗਤ ਦੀ ਰੀਤ ਹੈ। ਉਹਦੇ ਸਾਹਮਣੇ ਪਿਕਚਰ ਸਾਫ਼ ਹੈ, ਤਸਵੀਰ ਸਾਫ਼ ਹੈ, ਉਹਨੂੰ ਕੁਝ ਧੁੰਦਲਾ ਵਿਖਾਈ ਨਹੀਂ ਦਿੰਦਾ। ਅਸੀਂ ਧੁੰਦਲਾ ਵੇਖਦੇ ਹਾਂ ਵੀ ਨਹੀਂ ਜੀ ਆਹ ਚੀਜ਼ ਮਿਲਣੀ ਚਾਹੀਦੀ ਹੈ, ਨਹੀਂ ਮਿਲੀ ਤੇ ਅਸੀਂ ਦੁਖੀ ਹਾਂ। ਜੇ ਆਹ ਚੀਜ਼ ਸਾਨੂੰ ਮਿਲ ਜਾਂਦੀ ਹੈ ਤੇ ਜਾਣੀ ਨਹੀਂ ਚਾਹੀਦੀ, ਅਸੀਂ ਧੁੰਦਲਾ ਵੇਖਦੇ ਹਾਂ। ਗੁਰਮੁਖ ਧੁੰਦਲਾ ਨਹੀਂ ਵੇਖਦਾ, ਉਹ ਸਪਸ਼ਟ ਵੇਖਦਾ ਹੈ ਜੇ ਮੇਰਾ ਬਚਪਨਾ ਨਹੀਂ ਰਿਹਾ, ਮੇਰੀ ਜਵਾਨੀ ਤੱਕ ਮਹਿਦੂਦ ਨਹੀਂ ਰਹੀ, ਮੇਰੇ ਸਰੀਰ 'ਚ ਅਨੇਕਾਂ ਪਰਿਵਰਤਨ ਹੋ ਗਏ ਨੇ, ਰੁੱਤਾਂ ਬਦਲੀਆਂ, ਰੁੱਖਾਂ 'ਤੇ ਕਰੁੰਬਲਾਂ ਆਈਆਂ, ਫਿਰ ਪੱਤੇ ਲੱਗੇ, ਫੁੱਲ ਨਿਕਲੇ, ਫਲ ਪਏ, ਪਤਝੜ ਆਈ, ਸਾਰਾ ਕੁਝ ਝੜ ਗਿਆ। ਉਹ ਇਸ ਸੱਚ ਨੂੰ ਵੇਖਦਾ ਹੈ ਤੇ ਮਾਣਦਾ ਹੈ। ਉਹ ਕਹਿੰਦਾ ਨਹੀਂ, ਦੋਨਾਂ ਚੀਜ਼ਾਂ ਦੀ ਆਪਣੀ ਖੂਬਸੂਰਤੀ, ਬਸੰਤ ਦੀ ਵੀ, ਪਤਝੜ ਦੀ। ਸੋ ਸਾਹਿਬ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਫਿਰ ਅਸਲ ਸੁੱਖ ਤੱਕ ਪਹੁੰਚਦਾ ਹੈ। ਸਾਰ ਸੁੱਖ ਪਾਈਐ ਰਾਮਾ। ਭਗਤ ਕਬੀਰ ਜੀ ਨੇ ਕਿਹਾ ਸ੍ਰੇਸ਼ਟ ਸੁੱਖ ਪ੍ਰਾਪਤ ਹੁੰਦਾ ਹੈ ਸਰਵ ਵਿਆਪਕ ਪਰਮੇਸ਼ਰ ਦੇ ਨਾਮ, ਉਹਦੇ ਹੁਕਮ, ਉਹਦੀ ਰਜ਼ਾ 'ਚ ਰਾਜ਼ੀ ਰਹਿਣ ਨਾਲ, ਉਹਦੇ ਗੁਣਾਂ ਦਾ ਚਿੰਤਨ ਕਰਨ ਨਾਲ। ਰੰਗ ਰਵੋ ਆਤਮੈ ਰਾਮ। ਇਹ ਭਾਈ ਆਪਣੀ ਆਤਮਾ ਕਰਕੇ, ਆਪਣੇ ਜੀ, ਆਪਣੇ ਹਿਰਦੇ ਕਰਕੇ, ਆਪਣੇ ਵਜੂਦ ਨੂੰ ਉਹਦੇ ਪ੍ਰੇਮ ਵਿੱਚ ਰੰਗ ਲਵੋ। ਆਪਣੇ ਵਜੂਦ ਨੂੰ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗ ਲਵੋ, ਉਹਦੇ ਪ੍ਰੇਮ 'ਚ ਭਿੱਜ ਜਾਓ ਪੂਰੀ ਤਰ੍ਹਾਂ। ਉਸ ਵਾਹਿਗੁਰੂ ਦੀ ਹਸਤੀ ਨੂੰ ਠਾਕੁਰ ਗਾਈਐ ਆਤਮ ਰੰਗ। ਆਪਣੇ ਵਜੂਦ ਦੇ ਪ੍ਰੇਮ ਦੀ ਭੇਟਾ ਦਿਓ, ਉਧਾਰਾ ਪ੍ਰੇਮ ਨਹੀਂ ਕਿ ਪਰਮੇਸ਼ਰ ਨਾਲ ਘੜੀ ਪਲ ਪ੍ਰੇਮ ਜਾਗਿਆ, ਰੱਬ ਰੱਬ ਕਰ ਲਿਆ, ਫਿਰ ਅਗਲਾ ਪੜਾਅ ਲਾਂਭਿਆਂ ਤੇ ਸ਼ਿਕਵਿਆਂ ਦਾ ਸ਼ੁਰੂ ਹੋ ਗਿਆ। ਇਵੇਂ ਹੀ ਚੱਲਦਾ ਜਿਵੇਂ ਆਪਾਂ ਬੰਦਿਆਂ ਨਾਲ ਕਰਦੇ ਹਾਂ। ਘੜੀ ਪਲ ਮਿਲ ਵੀ ਲਿਆ, ਘੜੀ ਪਲ ਨਫ਼ਰਤ ਵੀ ਪਾਲ ਲਈ, ਜੀ ਕੀਤਾ ਤੇ ਕਿਸੇ ਮਨੁੱਖ ਦੀ ਫੇਵਰ ਕਰ ਲਈ, ਜੀ ਕੀਤਾ ਤੇ ਉਹਦਾ ਵਿਰੋਧ ਕਰ ਲਿਆ। ਇਵੇਂ ਅਸੀਂ ਪਰਮੇਸ਼ਰ ਨਾਲ ਕਰਦੇ। ਜੀ ਕੀਤਾ ਰੱਬ ਤੇ ਬੜਾ ਪਿਆਰ ਆਇਆ, ਨੰਗੇ ਪੈਰੀਂ ਯਾਤਰਾ ਕਰ ਲਈ, ਆਸਤਕ ਬਣ ਗਏ, ਰੱਬ ਰੱਬ ਕਰ ਲਿਆ, ਮਾਲਾ ਫੇਰ ਲਈਆਂ, ਉੱਚੀ ਉੱਚੀ ਕੂਕਾਂ ਮਾਰ ਲਈਆਂ ਜਿਵੇਂ ਬੜੇ ਭਗਤ ਹੁੰਦੇ ਆ। ਤੇ ਪਲ ਭਰ ਵਿੱਚ ਹੀ ਮਨ 'ਚ ਖਿਆਲ ਆਉਣੇ ਸ਼ੁਰੂ ਹੋ ਜਾਂਦੇ, ਕੀ ਫਾਇਦਾ ਹੈ, ਫਲਾਣੇ ਕੋਲ ਐਡਾ ਘਰ ਹੈ, ਮੇਰੇ ਕੋਲ ਕੀ ਹੈ, ਉਹ ਇੰਨੀਆਂ ਗੱਡੀਆਂ ਲਈ ਫਿਰਦਾ, ਮੈਨੂੰ ਕੀ ਦਿੱਤਾ ਹੈ, ਫਲਾਣੇ ਮਨੁੱਖ ਨੂੰ ਵੇਖੋ ਕਿੰਨਾ ਮਾਣ ਮਿਲਿਆ, ਮੈਨੂੰ ਕੀ ਮਿਲਿਆ। ਮਤਲਬ ਜਿਵੇਂ ਅਸੀਂ ਦੂਜੇ ਬੰਦਿਆਂ ਨਾਲ ਇਨਸਾਨ ਦੇ ਤੌਰ 'ਤੇ ਇਸ ਤਰ੍ਹਾਂ ਹੀ ਅਸੀਂ ਉਹਦੇ ਨਾਲ ਹੀ ਵਰਤਦੇ। ਜੀ ਕੀਤਾ ਤੇ ਆਸਤਕ ਬਣ ਗਏ, ਜੀ ਕੀਤਾ ਤੇ ਉਹਦੇ ਵਿਰੋਧ 'ਚ ਹੋ ਗਏ, ਜੀ ਕੀਤਾ ਤੇ ਉਹਨੂੰ ਨਿਰਵੈਰ ਤੇ ਨਿਰਭਉ ਕਹਿ ਲਿਆ, ਜੀ ਕੀਤਾ ਤੇ ਨਾਲ ਹੀ ਲਾਮਾ ਦੇ ਲਿਆ, ਤੇਰਾ ਮੇਰੇ ਨਾਲ ਖੌਰੇ ਕੀ ਵੈਰ ਹੈ। ਜੀ ਕੀਤਾ ਤੇ ਉਸ ਮਾਲਕ ਦੇ ਸੋਲੇ ਗਾ ਲਏ, ਉਧਾਰੇ ਇੱਧਰ ਉੱਧਰੋਂ ਸ਼ਬਦ ਫੜ ਕੇ, ਜੀ ਕੀਤਾ ਤੇ ਉਸ ਮਾਲਕ ਦੇ ਪ੍ਰਤੀ ਮਨ ਵਿੱਚ ਭਾਵ ਪੈਦਾ ਕਰ ਲਿਆ ਵੀ ਰੱਬ ਭੇਦਭਾਵ ਕਰਦਾ ਹੈ। ਇਹ ਪ੍ਰੇਮ ਦੀ ਨਿਸ਼ਾਨੀ ਨਹੀਂ, ਇਹ ਅਗਿਆਨ ਦੀ ਨਿਸ਼ਾਨੀ ਹੈ। ਅਗਿਆਨਤਾ ਵਿੱਚੋਂ ਹੀ ਸਾਰਾ ਕੁਝ ਕਰ ਰਹੇ ਹਾਂ, ਸੁਚੇਤ ਹੋ ਕੇ ਨਹੀਂ ਕਰ ਰਹੇ। ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ।
प्रेम का मार्ग ये है, कोई भला कहो भावें बुरा कहो, हम तन दियो है ढार। उस मालक वाहिगुरु के प्रति कृतज्ञ भाव, परोपकारी भाव, समर्पण भाव अंदर बनया रहे, उहदे विच विघन ना पवे। समझो बंदगी हो रही, भगती हो रही है। साहब सतगुरु महाराज फरमा रहे ने, ऐसा आत्मा विच प्रेम पैदा करो, अपने अंदरों उस प्रेम का भाव प्रगट करो, यही उहदी भेट है। तो हजूर ने फरमाया, इस प्रेम तो बिना, उहदे नाम तो बिना आत्मक सुख ते परमेश्वर का मिलाप ये चीज़ां हासिल नहीं हो सकदियां। इस तो बिना जिहड़े तुसीं कारज करदे हो, बने बसे क्यों पाई है। तुसीं जंगलां च चले गए, घर छड्ड के, परिवार छड्ड के, जंगल विच जा बसे, बने बसे, वन विच बसे, क्यों पाई है, किवें पा लओगे पाई। क्यों कोई गवाचा होया जिन्होंने जंगल च लभण जा रहे हो। बने बसे क्यों पाई है, जो लो मनै ना तजै विकार। जिन्ना चिर असीं मन दे विकार नहीं छड्डदे, नैगेटिविटी नहीं छड्डदे, अपने मन का अज्ञान दूर नहीं करते, मन के मंदे ख्याल भैड़े फुरनिया तो निजात नहीं पा लेंदे, मुक्ति नहीं हासिल कर लेंदे, अपनियां तंग दिलियां चों बाहर नहीं आउंदे, जंगलों में डेरे ला लैण नाल भी उसकी प्राप्ति नहीं होनी। जे है घर बन समसर किया ते पूरे संसार। कबीर जी महाराज कहते जगत विच वो पूरे ने, मुकम्मल ने, वही श्रेष्ठ पुरख ने, वही उत्तम मनुख ने। उन्हां दा जीवन ही सुधरिया ते उत्तम जीवन है जिन्हां ने घर ते जंगल समान समझ लिया। भाव जिहड़े परिवार गृहस्थ दुनियादारी च विचरदियां भी इस नैगेटिविटी तो मुक्त रहिंदे ने। पदवी है, गुरूर कोई नहीं, दौलत है, हंकार कोई नहीं, मान प्रतिष्ठा है, वो इहदे च भिजे नहीं, डुबे नहीं, डुब के मरे नहीं। वो समझ लेंदे ने भी ये चीज़ां अज कल नहीं होणगियां। ये मेरे जीवन का, मेरे जीवन नूं जीण लई एक साधन मात्र ते हो सकदियां ने। ये चीज़ां भी मिल गईयां, वरतियां, छड़ दित्तियां, पर ये सदा कायम रहन वालियां नहीं। घर च ही एवें रहना जिवें बंदा वन विच रहिंदा, गृह ही माहे उदास, घर विच रहिंदियां होइयां ही विरक्त रहना। जैसे जल में कमल निरालम मुरगाई न साणे, शब्द सुरत भव सागर तरिया, नानक नाम वखाणे। फिर फरमाया, कहन लगे जटा भस्म लेपन किया, जटावां वधा लईआं, शरीर ते सुआह मल लई, सुआह का लेप कर लिया, चंदन का लेप कर, ये सारे साधन शरीर बॉडी ते देही ते। कहाँ गुफा महबास, घर छड्डिया, पहाड़ां दियां कंधरां विच, गुफावां विच जाके उम्र गुजार ली। पर याद रख, अजिहा करन वालिया, मन जीते जग जीतिया, जां ते विखिया ते होए उदास। कहते ने जिहड़े मनुख ने, विखिया दा अर्थ है पदार्थ का भैड़ा प्रभाव, नैगेटिविटी, जहर, मंदे ख्यालों का, मंदे आचरण रूपी, विकार रूपी जिहड़ा जहर है, नुकसानदायक, ਉਹਦੇ ਤੋਂ ਜਦੋਂ तू मुक्त हो गया तदों ही तू मन जित सकता है। मन के जितण का अर्थ की है? शरीर नूं पुट्ठा लटका लेना है मन जितण की निशानी नहीं, मूर्खताई की निशानी। समस्या कोई होर है, हल कितों होर लभ रहे। हजूर ने आख्या मन जितना की है, अंदर दे जहर तो मुक्ति हासिल कर लेनी। ते जे तू मन जित लिया तो समझो तू जगत दे नैगेटिविटी ते पाप ते फतह हासिल कर ली, जित हासिल कर, जगत जित लिया। अंजन दे सबह कोई
ਟੁਕ ਚਾਹਨ ਮਾਹੇ ਬਿਡਾਨ। ਇੱਕ ਮਨੁੱਖ ਹੈ, ਉਸਨੇ ਅੱਖ ਵਿੱਚ ਸੁਰਮਾ ਪਾਇਆ, ਅੰਜਨ ਕਹਿੰਦੇ ਨੇ ਸੁਰਮੇ ਨੂੰ। ਉਹਨੇ ਪਾਇਆ ਆਪਣੀ ਅੱਖ ਦਾ ਕਚਰਾ ਦੂਰ ਕਰਨ ਲਈ, ਅੱਖ ਨੂੰ ਸਾਫ਼ ਕਰਨ ਲਈ, ਅੱਖ ਨੂੰ ਤੰਦਰੁਸਤ ਕਰਨ ਲਈ। ਇੱਕ ਨੇ ਪਾਇਆ ਸ਼ਿੰਗਾਰ ਲਈ। ਦੋਨਾਂ ਦਾ ਪਰਪਸ ਵੱਖਰਾ ਵੱਖਰਾ ਹੈ ਨਾ। ਇੱਕ ਨੇ ਅੱਖ ਵਿੱਚ ਸੁਰਮਾ ਪਾਇਆ ਅੱਖ ਦੀ ਤੰਦਰੁਸਤੀ ਲਈ, ਇੱਕ ਨੇ ਅੱਖ ਵਿੱਚ ਸੁਰਮਾ ਪਾਇਆ ਸ਼ਿੰਗਾਰ ਲਈ। ਸੁਰਮਾ ਦੋਵਾਂ ਨਹੀਂ ਪਾਇਆ। ਇੱਕ ਦੂਜੇ ਨੂੰ ਲੁਭਾਉਣ ਲਈ ਉਹਦੀ ਵਰਤੋਂ ਕਰਦਾ ਹੈ ਤੇ ਇੱਕ ਅੱਖ ਨੂੰ ਸਾਫ਼ ਰੱਖਣ ਲਈ। ਅੰਜਨ ਦੇ ਸਭੈ ਕੋਈ ਟੁਕ ਰਤਾ। ਚਾਹਨ ਮਾਏ ਬਿਡਾਨ ਕਹਿੰਦੇ ਨੇ ਬੰਦੇ ਦੀ ਚਾਹਤ ਵਿੱਚ ਉਸ ਚੀਜ਼, ਇੱਕ ਉਹਨੂੰ ਵਿਖਾਉਣਾ ਚਾਹੁੰਦਾ ਹੈ ਤੇ ਇੱਕ ਆਪਣੀ ਅੱਖ ਨੂੰ ਸਾਫ਼ ਰੱਖਣਾ ਚਾਹੁੰਦਾ ਹੈ। ਦੋਹਾਂ ਦੀ ਚਾਹਤ ਵਿੱਚ ਫਰਕ ਹੈ, ਯਾਨੀ ਭਾਵਨਾ ਵਿੱਚ ਫਰਕ ਹੈ, ਫੀਲਿੰਗ ਵਿੱਚ ਫਰਕ ਹੈ, ਉਦੇਸ਼ ਵਿੱਚ ਫਰਕ ਹੈ। ਇਸੇ ਤਰ੍ਹਾਂ ਕੋਈ ਗਿਆਨ ਦਾ ਸਾਧਨ ਬਣਾ ਕੇ ਦੁਨੀਆ ਨੂੰ ਲੁੱਟਦਾ ਹੈ ਤੇ ਕੋਈ ਗਿਆਨ ਨੂੰ ਆਪਣੇ ਤੇ ਦੂਜਿਆਂ ਦੇ ਜੀਵਨ ਦੇ ਭਲੇ ਲਈ ਵਰਤਦਾ ਹੈ। ਦੋਨਾਂ 'ਚ ਫਰਕ ਹੈ। ਕੋਈ ਇਹ ਹਥਿਆਰ ਨਾਲ ਕਿਸੇ ਦੀ ਰੱਖਿਆ ਕਰ ਰਿਹਾ ਤੇ ਕੋਈ ਹਥਿਆਰ ਲੈ ਕੇ ਕਿਸੇ ਨੂੰ ਮਾਰਨ ਤੁਰਿਆ ਹੋਇਆ। ਹਥਿਆਰ ਦੋਵਾਂ ਦੇ ਹੱਥਾਂ 'ਚ ਹੈ, ਉਦੇਸ਼ ਦਾ ਫਰਕ ਹੈ। ਹਜ਼ੂਰ ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਗਿਆਨ ਅੰਜਨ ਜਿਹੇ ਪਾਇਆ ਤੇ ਲੋਏ ਨ ਪਰਵਾਨ। ਜਿਸ ਨੇ ਗੁਰੂ ਕੋਲੋਂ ਵਿਵੇਕ ਰੂਪ ਗਿਆਨ ਲੈ ਕੇ, ਸੋਝੀ ਲੈ ਕੇ, ਸਮਝ ਲੈ ਕੇ, ਸਤਿਗੁਰੂ ਦੇ ਸ਼ਬਦ ਦਾ, ਗਿਆਨ ਦਾ ਸੁਰਮਾ ਆਪਣੀ ਸੁਰਤ ਦੀਆਂ ਅੱਖਾਂ ਵਿੱਚ ਪਾਇਆ, ਸੁਰਤ ਰੂਪੀ ਨੇਤਰਾਂ ਵਿੱਚ ਪਾਇਆ, ਸੇ ਲੋਏ ਨ ਪਰਵਾਨ। ਉਹ ਸੁਰਤੀ ਰੂਪ ਅੱਖਾਂ ਪਰਮੇਸ਼ਰ ਦੇ ਦੀਦਾਰ ਕਰਦੀਆਂ ਨੇ, ਕਬੂਲ ਪੈਂਦੀਆਂ ਨੇ, ਸਫਲ ਹੁੰਦੀਆਂ ਨੇ। ਕਹਿ ਕਬੀਰ ਅਬ ਜਾਣਿਆ ਗੁਰ ਗਿਆਨ ਦੀਆ ਸਮਝਾਏ। ਕਬੀਰ ਜੀ ਮਹਾਰਾਜ ਕਹਿੰਦੇ, ਹੇ ਕਬੀਰ ਆਖ, ਅਬ ਜਾਣਿਆ, ਹੁਣ ਮੈਨੂੰ ਸਮਝ ਪਈ, ਹੁਣ ਮੈਨੂੰ ਪਤਾ ਲੱਗਿਆ, ਹੁਣ ਮੈਨੂੰ ਸੋਝੀ ਹੋਈ। ਕਦੋਂ? ਜਦੋਂ ਗੁਰ ਗਿਆਨ ਦੀਆ ਸਮਝਾਇਆ, ਜਦੋਂ ਗੁਰੂ ਨੇ ਕਿਰਪਾ ਕਰਕੇ ਵਿਵੇਕ ਬਖਸ਼ਿਆ, ਸਮਝ ਦਿੱਤੀ, ਤਦੋਂ ਜੀਵਨ ਦੇ ਉਤੇ ਉਦੇਸ਼ ਦੀ ਸਮਝ ਆਈ। ਗੁਰੂ ਦੇ ਉਪਦੇਸ਼ ਨਾਲ ਜੀਵਨ ਦੀ ਸਮਝ ਪਈ। ਫਿਰ ਫਰਮਾਇਆ, ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤਹੂ ਨਾ ਜਾਏ। ਅੰਤਰਗਤ ਦਾ ਅਰਥ ਹੈ ਅੰਦਰ ਦੀ ਅਵਸਥਾ। ਆਪਣੇ ਅੰਦਰ ਦੀ ਤਰਤੀਬ ਬਣਾ ਕੇ, ਅੰਦਰ ਦੀ ਅਵਸਥਾ ਨੂੰ ਉੱਚਿਆਂ ਕਰਕੇ ਹਰੀ ਭੇਟਿਆ, ਮੈਨੂੰ ਪਰਮੇਸ਼ਰ ਵਾਹਿਗੁਰੂ ਆਪਣੇ ਅੰਦਰੋਂ ਹੀ ਲੱਭ ਗਿਆ। ਵਾਹਿਗੁਰੂ ਦੇ ਆਪਣੇ ਵਜੂਦ ਵਿੱਚ ਹੋਣ ਦਾ ਹੀ ਅਹਿਸਾਸ ਹੋ ਗਿਆ, ਸਮਝ ਆ ਗਈ, ਪਤਾ ਲੱਗ ਗਿਆ। ਸਵੈ ਸੋਝੀ ਕਹਿੰਦੇ ਨੇ। ਅਬ ਮੇਰਾ ਮਨ ਕਤੂ ਨਾ ਜਾਏ। ਹੁਣ ਮੇਰਾ ਮਨ ਨਾ ਵਿਸ਼ਿਆਂ 'ਚ ਭਟਕਦਾ ਹੈ, ਨਾ ਵਿਕਾਰਾਂ 'ਚ ਭਟਕਦਾ ਹੈ, ਨਾ ਬੁਰਾਈ ਦੇ ਰਾਹ 'ਤੇ ਤੁਰਦਾ ਹੈ, ਤੇ ਨਾ ਹੀ ਆ ਕਰਮ ਕਾਂਡਾਂ ਦੀ ਖਲਜਗਣ ਵਿੱਚ ਫਸਦਾ ਹੈ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ। ਸਾਹਿਬ ਕਿਰਪਾ ਕਰਨ, ਸ਼ਬਦ ਦਾ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦੇ ਵਿੱਚ ਵਸੇ। ਗਰੀਬ ਨਵਾਜ਼ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।